ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਭਾਗ ਦੇ ਵਿੱਚ ਆਪਾਂ ਪੜ੍ਹਿਆ ਕਿ ਸੰਤ ਜੀ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਮੋਤੀਆ ਪੱਕ ਗਿਆ ਸੀ, ਜਿਸ ਦਾ ਉਹਨਾਂ ਨੇ ਆਪਰੇਸ਼ਨ ਕਰਵਾਇਆ ਤੇ ਡਾਕਟਰ ਵੱਲੋਂ ਉਹਨਾਂ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਤੁਸੀਂ 50 ਦਿਨ ਕਿਸੇ ਨੂੰ ਵੀ ਨਹੀਂ ਮਿਲਣਾ। ਪਰ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਜਿੰਨੀ ਵੀ ਜਲਦੀ ਹੋ ਸਕੇ ਗੁਰੂ ਦੀ ਕਾਸ਼ੀ ਤਲਵੰਡੀ ਸਾਬੋ ਦੀ ਸੇਵਾ ਕਰਵਾਈ ਜਾਵੇ। ਇਸ ਲਈ ਇਹ ਉੱਚ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਨੇ ਸੰਤ ਬਾਬਾ ਅਤਰ ਸਿੰਘ ਸੂਰੇ ਲਈ ਰੱਖੀ ਹੋਈ ਸੀ। ਗੁਰੂ ਕਾਸ਼ੀ ਦਮਦਮੇ ਦਾ ਇਤਿਹਾਸ ਆਪਾਂ ਪਿਛਲੇ ਭਾਗ ਦੇ ਵਿੱਚ ਪੜ੍ਹ ਲਿਆ ਹੈ। ਜਦੋਂ ਪਹਿਲੀ ਵਾਰੀ ਸੰਤ ਦਮਦਮੇ ਸਾਹਿਬ ਗੁਰੂ ਕਾਸ਼ੀ ਗਏ ਤਾਂ ਦਸ਼ਮੇਸ਼ ਪਿਤਾ ਦੇ ਦੀਵਾਨ ਅਸਥਾਨ ਦੇ ਕੱਚੇ ਥੜੇ 'ਤੇ ਬੜਾ ਭਾਰੀ ਇਕੱਠ ਹੋਇਆ। ਗੁਰੂਸਰ ਸਾਹਿਬ ਨੂੰ ਅਜੇ ਕੱਚਾ ਹੀ ਟੋਭਾ ਦੇਖ ਕੇ ਸੰਤ ਜੀ ਮਹਾਰਾਜ ਦੇ ਅੰਦਰ ਇੱਕ ਬੜੀ ਪ੍ਰੇਮ ਅਤੇ ਵੈਰਾਗ ਭਰੀ ਨਿਸ਼ਕਾਮ ਸੇਵਾ ਦੀ ਲਹਿਰ ਚੱਲੀ। ਸਾਧ ਸੰਗਤ ਅੱਗੇ ਬੇਨਤੀ ਕੀਤੀ ਕਿ ਪ੍ਰੇਮੀਓ, ਦੀਨ ਦੁਨੀਆ ਦੇ ਵਾਲੀ, ਸ਼ਹੀਦਾਂ ਦੇ ਸੂਰਬੀਰਾਂ ਦੇ ਸਰਤਾਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਚਨ ਅਜੇ ਤਿਕਰ ਸੁਫਲਾ ਨਹੀਂ ਹੋਇਆ। ਆਓ ਅਸੀਂ ਰਲ ਮਿਲ ਕੇ ਆਪਣਾ ਤਨ ਮਨ ਧਨ ਸਕਾਰਥਾ ਕਰੀਏ ਤੇ ਸੱਚੇ ਪਾਤਸ਼ਾਹ ਦੇ ਗੁਰੂਸਰ ਸਰੋਵਰ ਨੂੰ ਪੱਕਾ ਕਰਵਾਈਏ। ਕਈ ਹਜ਼ਾਰ ਦਮੜਾ ਉੱਥੇ ਹੀ ਜਮ੍ਹਾਂ ਹੋ ਗਿਆ। ਫਿਰ ਸੰਤ ਜੀ ਮਹਾਰਾਜ ਆਪ ਚੱਲ ਕੇ ਸਾਰੇ ਬਿਹੰਗਮੀਆਂ ਦੇ ਡੇਰੇ ਵਿੱਚ ਗਏ ਤੇ ਆਖਿਆ, ਭਾਈ ਜੋ ਜੋ ਕਿਸੇ ਪਾਸ ਜਮ੍ਹਾਂ ਹੈ ਦੇ ਦਿਓ। ਜਿਹੜਾ ਲੁਕਾ ਕੇ ਰੱਖੇਗਾ ਉਹ ਗਧੇ ਦੀ ਜੂਨ ਪਵੇਗਾ। ਜਿਨ੍ਹਾਂ ਦੇ ਭਾਗ ਸਨ ਉਹਨਾਂ ਨੇ ਪੱਲੇ ਝਾੜ ਦਿੱਤੇ। ਕੁੱਲ 17,000 ਦਮੜਾ ਇਕੱਤਰ ਹੋ ਗਿਆ। ਇਹ ਸਾਰੀ ਦੀ ਸਾਰੀ ਮਾਇਆ ਸੰਤ ਜੀ ਮਹਾਰਾਜ ਨੇ ਦਮਦਮਾ ਸਾਹਿਬ ਖਾਲਸਾ ਹਾਈ ਸਕੂਲ ਦੀ ਕਮੇਟੀ ਦੇ ਹਵਾਲੇ ਕਰ ਦਿੱਤੀ ਤੇ ਫਰਮਾਇਆ, ਭਾਈ ਇਸ ਨਾਲ ਸਰੋਵਰ ਦੀ ਕਾਰ ਆਰੰਭ ਕਰ ਦਿਓ ਅਤੇ ਇਸ ਨੂੰ ਪੱਕਾ ਕਰ ਦਿਓ। ਕਮੇਟੀ ਨੂੰ ਇਹ ਸੇਵਾ ਬਖਸ਼ ਕੇ ਸੰਤ ਜੀ ਮਹਾਰਾਜ ਤਾਂ ਸੰਗਤਾਂ ਦੇ ਪ੍ਰੇਮ ਦੇ ਖਿੱਚੇ ਹੋਏ ਅੰਮ੍ਰਿਤ ਪ੍ਰਚਾਰ ਦੇ ਦੌਰੇ ਲਈ ਚਲੇ ਗਏ ਤੇ ਕਮੇਟੀ ਨੇ ਅੱਧਾ ਰੁਪਇਆ ਤਾਂ ਸਕੂਲ ਤੇ ਖਰਚ ਕਰ ਦਿੱਤਾ ਅਤੇ ਅੱਧੇ ਨਾਲ ਛੋਟਾ ਜਿਹਾ ਪੱਕਾ ਸਰੋਵਰ ਬਣਵਾ ਦਿੱਤਾ। ਜਿੰਨਾ ਚਿਰ ਸੰਤ ਜੀ ਕਾਂਜਲੇ ਬਿਰਾਜੇ, ਜਿਹੜਾ ਕੋਈ ਪ੍ਰੇਮੀ ਦਰਸ਼ਨ ਲਈ ਆਉਂਦਾ ਉਸ ਨੂੰ ਇਸ ਸੇਵਾ ਲਈ ਮਾਇਆ, ਬਸਤਰ, ਅੰਨ, ਗੁੜ ਅਤੇ ਹੋਰ ਲੰਗਰ ਦੀ ਸਮੱਗਰੀ ਲਈ ਹੁਕਮ ਦਿੰਦੇ। ਇੱਕ ਦਿਨ ਜਦ ਦਾਸ ਕਾਂਜਲੇ ਦਰਸ਼ਨ ਕਰਨ ਲਈ ਗਿਆ ਤਾਂ ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਭਾਈ ਜਿਸ ਦਿਨ ਦੀ ਦਮਦਮੇ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਹੈ, ਪ੍ਰੇਮੀ ਦਰਸ਼ਨ ਮੇਲਾ ਕਰਨ ਲਈ ਵੀ ਨਹੀਂ ਆਉਂਦੇ, ਪਰ ਅਸਾਂ ਕਮਰ ਕੱਸਾ ਕਰ ਲਿਆ ਹੈ, ਇਹ ਸੇਵਾ ਜ਼ਰੂਰ ਪੂਰੀ ਕਰਾਉਣੀ ਹੈ। ਇੱਕ ਦਿਨ ਕਾਂਜਲੇ ਸੰਗਤ ਦੇ ਇਕੱਠ ਵਿੱਚ ਸੰਤ ਜੀ ਮਹਾਰਾਜ ਨੇ ਆਪਣੇ ਰੰਗ ਵਿੱਚ ਆ ਕੇ ਫਰਮਾਇਆ, ਭਾਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਤਾਕਤ ਹੈ ਕਿ ਇੱਥੋਂ ਲੈ ਕੇ ਦਮਦਮੇ ਸਾਹਿਬ ਤਿੱਕਰ ਸੋਨੇ ਦੀ ਨਹਿਰ ਚੱਲ ਜਾਵੇ, ਪਰ ਸਤਿਗੁਰ ਨੇ ਤੁਹਾਡੇ ਤਨ ਮਨ ਧਨ ਆਪ ਦੀ ਸੇਵਾ ਵਿੱਚ ਲਾ ਕੇ ਤੁਹਾਡਾ ਜਨਮ ਸਫਲ ਕਰਨਾ ਹੈ। ਸੇਵਾ ਤੋਂ ਸੰਕੋਚ ਨਾ ਕਰੋ। ਵਿੱਤ ਅਨੁਸਾਰ ਜੋ ਕੁਝ ਹੋਵੇ ਕਲਗੀਆਂ ਵਾਲੇ ਸਾਹਿਬ ਤੋਂ ਵਾਰ ਦਿਓ। ਦਸ਼ਮੇਸ਼ ਪਿਤਾ ਨੇ ਤੁਹਾਡੇ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ। ਇਹ ਸਾਰੀ ਉਮਰ ਵਿੱਚ ਪਹਿਲੀ ਵਾਰ ਸੀ ਕਿ ਸੰਤ ਜੀ ਮਹਾਰਾਜ ਨੇ ਸੇਵਾ ਲਈ ਸੰਗਤ ਵਿੱਚ ਅਪੀਲ ਕੀਤੀ। ਆਪਰੇਸ਼ਨ ਦੇ ਮਗਰੋਂ ਸੇਵਾ ਦੀ ਖਿੱਚ ਇੰਨੀ ਤੀਬਰ ਸੀ ਕਿ ਸਤਿਗੁਰੂ ਦੇ ਇਸ਼ਕ ਵਿੱਚ ਸੰਤ ਜੀ ਮਹਾਰਾਜ ਨੇ ਆਪਣੇ ਸਰੀਰ ਅਤੇ ਨੇਤਰਾਂ ਦਾ ਖਿਆਲ ਵੀ ਛੱਡ ਦਿੱਤਾ। ਡਾਕਟਰ ਨੇ ਵੀ ਜਣਾ ਦਿੱਤਾ ਕਿ ਪੱਟੀ ਖੋਲ੍ਹਣ ਮਗਰੋਂ 50 ਦਿਨ ਸੰਤ ਜੀ ਮਹਾਰਾਜ ਇਕਾਂਤ ਰਹਿਣ ਅਤੇ ਕਿਸੇ ਨਾਲ ਕੋਈ ਗੱਲਬਾਤ ਨਾ ਕਰਨ। ਪਰ ਪ੍ਰੇਮ ਵਿੱਚ ਨੇਮ ਕਿੱਥੇ ਰਹਿੰਦਾ ਹੈ। ਸੰਤ ਜੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਹੁਕਮ ਦੇ ਦਿੱਤਾ ਕਿ ਦਮਦਮੇ ਸਾਹਿਬ ਦੀ ਸੇਵਾ ਲਈ ਕੋਈ ਮਾਈ ਭਾਈ ਆਵੇ, ਉਸ ਲਈ ਛੇਤੀ ਹੀ ਸਾਡਾ ਬੂਹਾ ਖੋਲ੍ਹ ਦਿਓ। ਦਿਨ ਰਾਤ ਸੇਵਾ ਦੀ ਧੁਨ ਲੱਗੀ ਰਹਿੰਦੀ। ਜਿਹੜਾ ਪ੍ਰੇਮੀ ਦਰਸ਼ਨ ਲਈ ਆਉਂਦਾ ਉਸ ਨੂੰ ਦਮਦਮੇ ਸਾਹਿਬ ਹਿਤ ਸੰਤ ਜੀ ਮਹਾਰਾਜ ਕੋਈ ਨਾ ਕੋਈ ਸੇਵਾ ਲਾ ਦਿੰਦੇ। ਸੰਤ ਤੇਜਾ ਸਿੰਘ ਜਦ ਇੱਕ ਦਿਨ ਰਾਮਨਗਰ ਸੀਵੀਆਂ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਗਏ ਤਦ ਮਹਾਰਾਜ ਜੀ ਨੇ ਹੁਕਮ ਦਿੱਤਾ ਕਿ 3 50 ਫੁੱਟੇ, 4 25 ਫੁੱਟੇ, 50 60 ਛੋਟੇ ਗਾਡਰ ਜਿਹੜੇ ਅਜੇ ਤਿਕਰ ਗੁਰਸਾਗਰ ਸਾਹਿਬ ਦੀ ਇਮਾਰਤ ਵਿੱਚ ਨਹੀਂ ਲੱਗੇ, ਛੇਤੀ ਹੀ ਦਮਦਮੇ ਸਾਹਿਬ ਭੇਜ ਦਿਓ। ਬਿਨਾਂ ਕੋਈ ਫੁਰਨਾ ਉਠਾਉਣ ਦੇ ਇਸ ਹੁਕਮ ਦੀ ਤਾਮੀਲ ਕੀਤੀ ਗਈ। ਸੰਤ ਤੇਜਾ ਸਿੰਘ ਨੂੰ ਇਹ ਭਾਸ ਗਿਆ ਕਿ ਇਹ ਮਨ ਨੂੰ ਤਕੜਾ ਕਰਕੇ ਪਕੜ ਛੁਡਾਉਣ ਦੀ ਪਹਿਲੀ ਪ੍ਰੀਖਿਆ ਹੈ। ਦਮਦਮਾ ਸਾਹਿਬ ਦੀ ਸੇਵਾ ਦੀ ਸੋ ਮਹਾਰਾਜ ਭੁਪਿੰਦਰ ਸਿੰਘ ਪਾਸ ਪਟਿਆਲੇ ਵੀ ਪੁੱਜ ਗਈ। ਉਹ ਇੱਕ ਦਿਨ ਸੰਤ ਜੀ ਮਹਾਰਾਜ ਪਾਸ ਰਾਮਨਗਰ ਸੀਵੀਆਂ ਆਏ ਤੇ ਬੇਨਤੀ ਕੀਤੀ ਕਿ ਹੁਕਮ ਦਿਓ,
ਦਾਸ ਇਕੱਲਾ ਹੀ ਸਾਰੇ ਦਮਦਮੇ ਸਾਹਿਬ ਦੀ ਸੇਵਾ ਪੂਰੀ ਕਰ ਦੇਵੇਗਾ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਅਸੀਂ ਸਭ ਦਾ ਭਲਾ ਕਰਨਾ ਹੈ, ਤੂੰ ਵੀ ਆਪਣੀ ਤਾਕਤ ਅਤੇ ਸ਼ਰਧਾ ਅਨੁਸਾਰ ਹਿੱਸਾ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਲੈ ਲੈ। ਇਹ ਸੁਣ ਕੇ ਰਾਜਾ ਇਸ ਪਾਸਿਓਂ ਤਾਂ ਚੁੱਪ ਹੋ ਗਿਆ, ਪਰ ਨਾਲ ਹੀ ਆਖਿਓ ਸੂ ਕਿ ਕਿਧਰੇ ਦਮਦਮੇ ਸਾਹਿਬ ਦੀ ਸੇਵਾ ਪੂਰੀ ਕਰਕੇ ਅਸਥਾਨ ਸੰਤ ਤੇਜਾ ਸਿੰਘ ਨੂੰ ਨਾ ਸੰਭਾਲ ਦੇਣਾ, ਉਹ ਮਹਾਰਾਜਾ ਨਾਭਾ ਦਾ ਪੱਖ ਕਰਦਾ ਹੈ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਭਾਈ ਇਹ ਤੁਹਾਨੂੰ ਵਹਿਮ ਹੈ। ਭਾਈ ਤੇਜਾ ਸਿੰਘ ਸਭ ਦਾ ਸਾਂਝਾ ਹੈ, ਕਿਸੇ ਨਾਲ ਦਵੈਤ ਨਹੀਂ ਰੱਖਦਾ। ਦਾਸ ਦੇ ਗੁੱਜਰਾਂ ਵਾਲੇ ਆਉਣ ਦੇ ਮਗਰੋਂ ਕੁਝ ਦਿਨ ਸੰਤ ਜੀ ਮਹਾਰਾਜ ਰਾਮਨਗਰ ਸੀਵੀਆਂ ਰਹੇ। ਫਿਰ ਸਰਦਾਰ ਜਗਤ ਸਿੰਘ ਪੀਰੋਵਾਲ ਨੇ ਮਹਾਰਾਜ ਪਾਸ ਆਪਣੀ ਮੋਟਰ ਭੇਜ ਕੇ ਸ਼ਿਮਲੇ ਲੈ ਆਂਦਾ। ਉਹਨਾਂ ਦਾ ਪ੍ਰੇਮ ਸੀ ਕਿ ਅੱਖ ਦੇ ਆਪਰੇਸ਼ਨ ਕਰਕੇ ਸੰਤ ਜੀ ਮਹਾਰਾਜ ਗਰਮੀਆਂ ਪਹਾੜ ਦੀ ਠੰਡ ਵਿੱਚ ਕੱਟਣ। ਇੱਥੇ ਮਹਾਰਾਜ ਦਾ ਡੇਰਾ ਨਾਭਾ ਹਾਊਸ ਵਿੱਚ ਕਰਾਇਆ ਗਿਆ। ਸਤਸੰਗ ਦਾ ਅਟੁੱਟ ਪ੍ਰਵਾਹ ਚੱਲ ਪਿਆ ਅਤੇ ਸੈਂਕੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ। ਦਮਦਮੇ ਸਾਹਿਬ ਗੁਰੂ ਕਾਸ਼ੀ ਦੀ ਸੇਵਾ ਦੀ ਧੁਨ ਸੰਤ ਜੀ ਮਹਾਰਾਜ ਨੂੰ ਇੰਨੀ ਤੀਬਰ ਸੀ ਕਿ ਪਹਿਲੀ ਵਾਰੀ ਸਾਰੀ ਉਮਰ ਵਿੱਚ ਆਪ ਰਿਕਸ਼ਾ ਚੜ੍ਹ ਕੇ ਇਹ ਪ੍ਰੇਮੀਆਂ ਦੀ ਕੋਠੀ ਆਪ ਗੁਰਾਈ ਕਰਨ ਗਏ ਤੇ ਆਖਿਆ, ਭਾਈ ਇਹੋ ਜਿਹਾ ਮੰਗਤਾ ਤੁਹਾਨੂੰ ਫਿਰ ਨਹੀਂ ਮਿਲਣਾ। ਹੋਰ ਜਿਹੜਾ ਪ੍ਰੇਮੀ ਦਰਸ਼ਨ ਮੇਲੇ ਲਈ ਆਉਂਦਾ ਉਸ ਪਾਸੋਂ ਵੀ ਸੇਵਾ ਲੈ ਲੈਂਦੇ। ਸੰਤ ਜੀਵਾ ਸਿੰਘ ਜੀ ਨਨਕਾਣੇ ਸਾਹਿਬ ਵਾਲੇ ਸੰਨ 1922 ਈਸਵੀ ਵਿੱਚ ਦਮਦਮੇ ਸਾਹਿਬ ਗਏ ਤੇ ਲਿਖਣਸਾਰ ਸਾਹਿਬ ਵਿਖੇ, ਜਿੱਥੇ ਕਿ ਗੁਰੂ ਕਲਗੀਧਰ ਸਾਹਿਬ ਜੀ ਨੇ ਲਿਖਣਾ ਘੜ ਘੜ ਪਾਈਆਂ ਸਨ, ਡੇਰਾ ਕੀਤਾ। ਰੁੱਤ ਗਰਮੀ ਦੀ ਸੀ। ਗੁਰੂਸਰ ਸਰੋਵਰ ਦੇ ਕੰਢੇ ਬੇਰੀ ਹੇਠਾਂ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆ ਕੇ ਬੈਠੇ ਸਨ, ਇੱਕ ਬਾਰਾਂਦਰੀ ਬਣੀ ਹੋਈ ਸੀ। ਦੁਪਹਿਰ ਦੇ ਵੇਲੇ ਸੰਤ ਜੀਵਾ ਸਿੰਘ ਇੱਥੇ ਆਰਾਮ ਕਰਨ ਲਈ ਆ ਬਿਰਾਜੇ। ਬਾਰਾਂਦਰੀ ਦੇ ਤਖਤੇ ਲੱਗੇ ਹੋਏ ਸਨ। ਲੋ ਡਾਢੀ ਵਗ ਰਹੀ ਸੀ। ਗਰਮੀ ਨਾਲ ਇਹਨਾਂ ਦਾ ਸਰੀਰ ਬੜਾ ਦੁਖੀ ਹੋਇਆ। ਹਿਰਦੇ ਵਿੱਚ ਇਹ ਅਰਦਾਸ ਉੱਠੀ ਕਿ ਕਦੇ ਮੇਰਾ ਸਤਿਗੁਰੂ ਇਸ ਬਾਰਾਂਦਰੀ ਵਿੱਚ ਪ੍ਰਕਾਸ਼ ਹੋਵੇ ਤਾਂ ਪ੍ਰਗਟ ਗੁਰਾਂ ਦੀ ਦੇਹ ਨੂੰ ਗਰਮੀ ਨਾਲ ਕਿੰਨੀ ਕੁ ਤਕਲੀਫ ਪੁੱਜੇ। ਇਸ ਅਰਦਾਸ ਦੇ ਕੁਝ ਚਿਰ ਮਗਰੋਂ ਇੱਕ ਹੋਰ ਖੇਲ ਸਤਿਗੁਰੂ ਨੇ ਵਰਤਾਈ। ਗੁਰੂਸਰ ਸਰੋਵਰ ਵਿੱਚੋਂ ਮਾਈਆਂ ਬੀਬੀਆਂ ਜਲ ਭਰ ਕੇ ਲੈ ਜਾਂਦੀਆਂ, ਵਿੱਚੋਂ ਹੀ ਘੜੇ ਭਰਦੀਆਂ ਤੇ ਵਿੱਚੇ ਹੀ ਹੱਥ ਪਾਣੀ ਕਰ ਲੈਂਦੀਆਂ। ਕਈ ਪ੍ਰੇਮੀ ਤਾਂ ਦਾਤਨ ਕੁਰਲਾ ਵੀ ਸਰੋਵਰ ਸਾਹਿਬ ਦੇ ਜਲ ਨਾਲ ਹੀ ਕਰਦੇ। ਮੁੱਕਦੀ ਗੱਲ ਇਹ ਸੀ ਕਿ ਸਾਰੀਆਂ ਜਾਤੀਆਂ ਦੇ ਲੋਕ ਇਸ ਜਲ ਨੂੰ ਬੇਮਰਿਆਦਾ ਵਰਤਦੇ ਤੇ ਬੜੀ ਬੇਅਦਬੀ ਹੁੰਦੀ। ਇੱਕ ਦਿਨ 5 ਬਿਹੰਗਮ ਸਿੰਘ, ਜਿਹੜੇ ਤੁਰਦੇ ਫਿਰਦੇ ਕਈ ਦਿਨਾਂ ਤੋਂ ਸ਼੍ਰੀ ਦਮਦਮੇ ਸਾਹਿਬ ਆਏ ਹੋਏ ਸਨ, ਇਸ ਬੇਅਦਬੀ ਨੂੰ ਸਹਾਰ ਨਾ ਸਕੇ। ਇਕੱਠੇ ਹੋ ਕੇ ਗੁਰਮਤਾ ਕਰ ਲਿਆ ਕਿ ਅੱਜ ਸ਼੍ਰੀ ਸਾਹਿਬ ਚਲਾ ਦਈਏ ਤੇ ਜਿਹੜਾ ਬੇਅਦਬੀ ਕਰੇ ਉਸਨੂੰ ਝਟਕਾ ਦਈਏ। ਅਜੇ ਇਹ ਸਲਾਹ ਕਰ ਹੀ ਰਹੇ ਸੀ ਕਿ ਸੰਤ ਜੀਵਾ ਸਿੰਘ ਜੀ ਲੋਡੇ ਪਹਿਰ ਜੰਗਲ ਪਾਣੀ ਹੋ ਕੇ ਸਰੋਵਰ ਤੇ 5 ਇਸ਼ਨਾਨਾਂ ਕਰਨ ਲਈ ਆ ਪੁੱਜੇ। ਉਸ ਵੇਲੇ ਇਹ ਬਿਹੰਗਮ ਸਿੰਘ ਤਿਆਰ ਬਰ ਤਿਆਰ ਕਮਰ ਕੱਸੇ ਕਰੀ ਖੜੇ ਸਨ ਤੇ ਅਰਦਾਸਾਂ ਕਰਨ ਲੱਗੇ ਸਨ। ਕੁਦਰਤੀ ਉਹਨਾਂ ਦੀ ਨਜ਼ਰ ਸੰਤ ਜੀਵਾ ਸਿੰਘ ਤੇ ਪੈ ਗਈ। ਉਹਨਾਂ ਵਿੱਚੋਂ ਇੱਕ ਨੇ ਆਖਿਆ ਕਿ ਲੈ ਸੰਤ ਵੀ ਆ ਗਏ ਹਨ, ਉਹਨਾਂ ਦੀ ਵੀ ਸਲਾਹ ਪੁੱਛ ਲਈਏ। ਦੂਜਿਆਂ ਨੇ ਵੀ ਕਿਹਾ ਕਿ ਠੀਕ। ਜਦ ਸੰਤ ਜੀਵਾ ਸਿੰਘ ਜੀ 5 ਇਸ਼ਨਾਨਾਂ ਕਰ ਚੁੱਕੇ ਤਦ ਇਹ 5 ਪ੍ਰੇਮੀ ਉਹਨਾਂ ਦੇ ਪਾਸ ਚਲੇ ਗਏ ਤੇ ਸਾਰੇ ਸਰੋਵਰ ਦੀ ਪਰਿਕਰਮਾ ਵਿੱਚ ਸੱਜ ਗਏ। ਬਿਹੰਗਮ ਸਿੰਘਾਂ ਨੇ ਆਪਣਾ ਗੁਰਮਤਾ ਸੰਤ ਜੀ ਨੂੰ ਸੁਣਾਇਆ। ਤਦ ਸੰਤ ਜੀਵਾ ਸਿੰਘ ਜੀ ਨੇ ਆਖਿਆ, ਭਾਈ ਅੱਜ ਤੁਸੀਂ ਗੁਰੂ ਦੀ ਕਾਸ਼ੀ ਵਿੱਚ ਇੱਕ ਮਹਾ ਉਪਦਰ ਕਰਨ ਲੱਗੇ ਸੀ। ਇਸ ਸਮਾਂ ਪਵਿੱਤਰ ਧਰਤੀ ਵਿੱਚ ਤੁਸੀਂ ਕਤਲਗੜ੍ਹ ਇੱਕ ਅੱਖ ਦੇ ਫੋਰ ਵਿੱਚ ਬਣਾ ਦਿੰਦੇ। ਇੱਧਰ ਤੁਸੀਂ ਤਿਆਰ ਬਰ ਤਿਆਰ ਕਮਰ ਕੱਸੀ ਖੜੇ ਹੋ ਤੇ ਉਧਰ ਨਗਰ ਦੇ ਮਲਵਈ ਸ਼ੇਰ ਸਲੰਗਾ ਕੁਹਾੜੀਆਂ ਫੜੀ ਫਿਰ ਰਹੇ ਹਨ ਤੇ ਆਖ ਰਹੇ ਹਨ ਕਿ ਕੌਣ ਹਨ ਉਹ ਬਿਹੰਗਮ, ਅਸੀਂ ਉਹਨਾਂ ਦਾ ਖੁਰਾ ਖੋਜ ਮਿਟਾ ਦੇਵਾਂਗੇ। ਹੁਣ ਤੁਸੀਂ ਦੱਸੋ ਕਿ ਅਸੀਂ ਸਿੰਘ ਨੂੰ ਕੱਟਦੇ ਵੱਢਦੇ ਤਨਖਾਹੀਏ ਨਾ ਹੋ ਜਾਵਾਂਗੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਰਹਿਤਨਾਮੇ ਵਿੱਚ ਹੁਕਮ ਹੈ, ਸਿੰਘ ਤੇ ਕਦੀ ਸ਼ਸਤਰ ਨਾ ਚੁੱਕੇ। ਦੂਜੀ ਗੱਲ ਇਹ ਹੈ ਕਿ ਮਾਈਆਂ ਰੱਬ ਰਜਾਈਆਂ ਨਿਸ਼ਕਪਟ ਭੋਲੀਆਂ ਦੇਵੀਆਂ ਹਨ, ਇਹਨਾਂ ਨੂੰ ਪ੍ਰੇਮ ਨਾਲ ਸਮਝਾਓ। ਭਲਾ ਸਿੰਘ ਜੀ ਇਹ ਤਾਂ ਦੱਸੋ ਕਿ ਮਾਈਆਂ ਤਾਂ ਘੜੇ ਆਦਿ ਬਰਤਨ ਹੀ ਧੋਂਦੀਆਂ ਹਨ, ਪਰ ਅਸੀਂ ਜਦ ਸਣੇ ਕਸ਼ਹਿਰੇ ਇਸ਼ਨਾਨ ਕਰਦੇ ਹਾਂ ਤਦ ਸਾਡੇ ਵਿੱਚੋਂ ਕਈ ਬਿਹੰਗਮ ਪ੍ਰੇਮੀ ਤਰ੍ਹਾਂ ਦੇ ਔਗਣ ਕਰਕੇ ਕਸ਼ਹਿਰਿਆਂ ਦੀ ਅਪਵਿੱਤਰਤਾ ਅਤੇ ਮਲੀਨਤਾ ਨਾਲ ਇਸ ਸਰੋਵਰ ਦੇ ਜਲ ਦੀ ਕੀ ਘੱਟ ਬੇਅਦਬੀ ਕਰਦੇ ਹਨ। ਆਓ ਮੁੜ ਜਾਓ, ਵਾਸਤਾ ਜੇ ਗੁਰੂ ਦਾ ਇਹ ਪਾਪ ਨਾ ਕਰੋ।
ਸੰਤ ਜੀਵਾ ਸਿੰਘ ਨੇ ਬੜੀ ਧੀਰਜ ਨਾਲ ਇਹ ਬੇਨਤੀ ਕਰਕੇ ਗੁਰੂ ਦੀ ਦੁਹਾਈ ਦਿੱਤੀ। ਤਦ ਪੰਜੇ ਸਿੰਘ ਇੱਕਦਮ ਸੁੰਨ ਹੋ ਗਏ। ਇੱਕ ਨੇ ਹੌਲੀ ਜਿਹੀ ਕਿਹਾ, ਫਿਰ ਇਸ ਗੁਰੂ ਅਸਥਾਨ ਦੀ ਬੇਅਦਬੀ ਹੋਈ ਜਾਵੇ। ਜੇ ਇਹ ਬੇਅਦਬੀ ਚੰਗੀ ਨਹੀਂ ਤਾਂ ਕਿਵੇਂ ਇਸ ਵਿੱਚ ਰੋਕ ਪਾਈ ਜਾਵੇ? ਸੰਤ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਸਾਨੂੰ ਦੱਸੋ। ਇਹ ਸੁਣ ਕੇ ਸੰਤ ਜੀਵਾ ਸਿੰਘ ਜੀ ਕੁਝ ਚਿਰ ਧਿਆਨ ਵਿੱਚ ਬੈਠ ਗਏ ਅਤੇ ਵਿਚਾਰ ਦੀ ਨਿਗਾਹ ਨਾਲ ਦੇਖਿਆ ਕਿ ਕੌਣ ਸਮਰੱਥ ਪੁਰਸ਼ ਹੈ ਜੋ ਇਸ ਕਾਰਜ ਨੂੰ ਹੱਥ ਪਾ ਕੇ ਸਿਰੇ ਚੜਾਵੇ। ਤਦ ਬਿਜਲੀ ਵੱਤ ਪ੍ਰਕਾਸ਼ ਹੋਇਆ ਤੇ ਮਹਾਪਵਿੱਤਰ ਪਾਵਨ ਹਸਤੀ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਸਰੂਪ ਸਾਹਮਣੇ ਆ ਗਿਆ। ਕੁਝ ਚਿਰ ਤਾਂ ਸੰਤ ਜੀਵਾ ਸਿੰਘ ਇਸ ਦਰਸ਼ਨ ਦੇ ਆਨੰਦ ਵਿੱਚ ਮਗਨ ਰਹੇ। ਫਿਰ ਨੇਤਰ ਖੋਲ੍ਹੇ ਤੇ ਬਿਹੰਗਮ ਸਿੰਘਾਂ ਨੂੰ ਆਖਿਆ ਕਿ ਭਾਈ ਦਸ਼ਮੇਸ਼ ਪਿਤਾ ਨੇ ਤੁਹਾਡੀ ਬੇਨਤੀ ਦਾ ਜਵਾਬ ਦੇ ਦਿੱਤਾ ਹੈ। ਤੁਹਾਡੇ ਵਿੱਚੋਂ ਕੋਈ ਕਮਰ ਕੱਸਾ ਕਰਕੇ ਸੰਤ ਅਤਰ ਸਿੰਘ ਜੀ ਪਾਸ ਚਲਾ ਜਾਵੇ ਤੇ ਉਹਨਾਂ ਦੀ ਚਰਨ ਧੂੜ ਲੈ ਕੇ ਅੱਜ ਦੀ ਸਾਰੀ ਵਿਥਿਆ ਸੁਣਾ ਕੇ ਤੇ ਗਲ ਵਿੱਚ ਪੱਲਾ ਪਾ ਹੱਥ ਜੋੜ ਕੇ ਸਾਡੀ ਤਰਫੋਂ ਬੇਨਤੀ ਕਰੇ, ਮਹਾਰਾਜ ਜੀ, ਇਸ ਤਰ੍ਹਾਂ ਗੁਰਦੁਆਰਿਆਂ ਦੇ ਸਰੋਵਰਾਂ ਦੀ ਬੇਅਦਬੀ ਹੋ ਰਹੀ ਹੈ। ਇਸ ਕਲਯੁਗੀ ਚੱਕਰ ਦਾ ਟਾਕਰਾ ਕਰਨ ਲਈ ਆਪ ਸਮਰੱਥ ਹੋ। ਇਸ ਪਾਸੇ ਧਿਆਨ ਦੇ ਕੇ ਅਕਾਲੀ ਖੇਡ ਵਰਤਾਓ ਅਤੇ ਗੁਰੂਸਰ ਤੇ ਗੁਰੂ ਦੀ ਕਾਸ਼ੀ ਦੀ ਮਹਿਮਾ ਵਧਾਓ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਨੂੰ ਬਖਸ਼ਿਸ਼ ਦੇ ਕੇ ਭੇਜਿਆ ਹੈ। ਸਾਰੇ ਰਾਜੇ ਮਹਾਰਾਜੇ ਗੁਰੂ ਦੀਆਂ ਸੰਗਤਾਂ ਤੁਹਾਡੇ ਪ੍ਰੇਮ ਵਿੱਚ ਬੱਧੇ ਹੋਏ ਹਨ। ਸੰਤ ਜੀਵਾ ਸਿੰਘ ਦੀ ਇਹ ਗੱਲ ਸੁਣ ਕੇ ਇੱਕ ਸਿੰਘ ਨੇ ਉਸੇ ਵੇਲੇ ਕਮਰ ਕੱਸਾ ਕਰ ਲਿਆ ਤੇ ਸੰਤ ਜੀ ਮਹਾਰਾਜ ਦੀ ਦੌਰੇ ਵਿੱਚ ਢੂੰਡ ਭਾਲ ਕਰਕੇ ਸੰਤ ਜੀਵਾ ਸਿੰਘ ਦੀ ਬੇਨਤੀ ਉਹਨਾਂ ਦੇ ਚਰਨਾਂ ਵਿੱਚ ਪਹੁੰਚਾ ਦਿੱਤੀ। ਸੰਤ ਜੀ ਮਹਾਰਾਜ ਨੇ ਸਾਰੀ ਗੱਲ ਬੜੇ ਗੌਰ ਨਾਲ ਸੁਣੀ ਤੇ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਿਆ। 8 ਮਹੀਨਿਆਂ ਪਿੱਛੋਂ ਗੁਰੂ ਕਾਸ਼ੀ ਦੀ ਕਾਰ ਆਰੰਭ ਕਰ ਦਿੱਤੀ ਤੇ ਆਪਣੇ ਆਪ ਨੂੰ ਇਹਦੇ ਵਿੱਚ ਹੀ ਭੁਲਾ ਦਿੱਤਾ, ਮਾਨੋ ਕਿ ਇਸ ਸੇਵਾ ਦਾ ਰੂਪ ਹੀ ਹੋ ਗਏ। ਜਦ ਗੁਰੂ ਸਾਗਰ ਸਾਹਿਬ ਮਸਤੂਆਣੀ ਵਿਖੇ ਸਰਦਾਰ ਜੀਵਨ ਸਿੰਘ ਸਾਜਾਦਪੁਰੀਏ ਪਾਸੋਂ ਦਮਦਮੇ ਸਾਹਿਬ ਤਲਵੰਡੀ ਸਾਬੋ ਗੁਰੂਸਰ ਸਰੋਵਰ ਤੇ ਗੁਰੂ ਕਾਸ਼ੀ ਦੀ ਸੇਵਾ ਲਈ ਜ਼ਮੀਨ ਦਾ ਪੱਟਾ ਲਿਖਵਾ ਕੇ ਸੰਤ ਜੀ ਮਹਾਰਾਜ ਨੇ ਸੇਵਾ ਆਰੰਭ ਕਰ ਦਿੱਤੀ, ਤਦ ਕੁਝ ਦਿਨਾਂ ਮਗਰੋਂ ਹੀ ਇੱਕ ਲੋਹਟ ਬੱਦੀ ਨਗਰ ਦਾ ਜੱਥਾ ਦਰਸ਼ਨ ਕਰਨ ਲਈ ਇੱਥੇ ਆ ਪੁੱਜਾ। ਭਾਈ ਸੁੱਚਾ ਸਿੰਘ ਇਹਨਾਂ ਦੇ ਨਾਲ ਸਨ। ਅਕਾਲ ਕਾਲਜ ਦੀ ਸੇਵਾ ਹੋ ਰਹੀ ਸੀ। ਇਸ ਜਥੇ ਨੇ ਇੱਥੇ ਕਈ ਦਿਨ ਠਹਿਰ ਕੇ ਇਸ ਇਮਾਰਤ ਦੀ ਕਾਰ ਕੀਤੀ। ਫਿਰ ਜਦ ਨਗਰ ਜਾਣ ਵਾਸਤੇ ਬੇਨਤੀ ਕੀਤੀ ਤਦ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਸੇਵਾ ਕਰਦੇ ਰਹੋ। ਮਾਨਸ ਜਨਮ ਦਾ ਇਹੋ ਹੀ ਲਾਹਾ ਹੈ, ਘਰ ਜਾ ਕੇ ਕੀ ਲੈਣਾ ਹੈ। ਹੁਕਮ ਮੰਨ ਸੰਗਤ ਕਈ ਦਿਨ ਟਿਕ ਕੇ ਸੇਵਾ ਕਰਦੀ ਰਹੀ, ਪਰ ਵਿੱਚੋਂ ਕਈ ਪ੍ਰੇਮੀ ਕਾਹਲੇ ਪੈ ਗਏ ਤੇ ਨਿੱਤ ਸਾਥੀਆਂ ਨੂੰ ਪ੍ਰੇਰਨਾ ਕਰਨ ਲੱਗੇ। ਇੱਕ ਦਿਨ ਸਾਰਾ ਜਥਾ ਤਿਆਰ ਹੋ ਕੇ ਅਰਦਾਸਾ ਸੋਧਣ ਲੱਗਾ। ਸੰਤ ਜੀ ਮਹਾਰਾਜ ਨੂੰ ਉਸੇ ਵੇਲੇ ਪਤਾ ਲੱਗ ਗਿਆ। ਸਾਰਿਆਂ ਨੂੰ ਸੱਦ ਭੇਜਿਆ ਤੇ ਆਖਿਆ, ਅਵਲ ਤਾਂ ਨਾ ਜਾਓ, ਪਰ ਜੇ ਜ਼ਰੂਰ ਜਾਣਾ ਹੀ ਹੈ ਤਦ ਸਾਨੂੰ ਬਚਨ ਦੇ ਕੇ ਜਾਓ ਕਿ ਕਦੋਂ ਮੁੜ ਕੇ ਸੇਵਾ ਵਿੱਚ ਹਾਜ਼ਰ ਹੋਵੋਗੇ। ਸਭ ਨੇ ਆਖਿਆ, ਸੱਚੇ ਪਾਤਸ਼ਾਹ, ਜਦ ਮੀਂਹ ਪੈ ਗਿਆ ਉਸ ਦੇ ਮਗਰੋਂ ਅਸੀਂ ਸਾਰੇ ਆ ਜਾਵਾਂਗੇ। ਛੇਕੜ ਹਾੜ ਵਿੱਚ ਬਾਰਿਸ਼ ਹੋਈ ਤੇ ਸਾਰਾ ਜਥਾ ਭਾਈ ਸੁੱਚਾ ਸਿੰਘ ਸਮੇਤ ਹਾਜ਼ਰ ਹੋ ਗਿਆ। ਕੁਝ ਦਿਨ ਜਥੇ ਨੇ ਸੇਵਾ ਕੀਤੀ ਤੇ ਫਿਰ ਲੋਹਟਬੰਦੀ ਮੁੜ ਗਏ। ਗੁਰੂ ਕਾਸ਼ੀ ਦੀ ਸੇਵਾ ਦੇ ਮੁਕਾਮੀ ਪ੍ਰਬੰਧ ਲਈ ਸੰਤ ਜੀ ਮਹਾਰਾਜ ਨੇ ਪਹਿਲਾਂ ਸੰਤ ਬਿਸ਼ਨ ਸਿੰਘ ਕਾਂਜਲੇ ਵਾਲਿਆਂ ਨੂੰ ਆਖਿਆ, ਪਰ ਜਦ ਉਹਨਾਂ ਨੇ ਕਾਂਜਲੇ ਦੀ ਸੇਵਾ ਕਰਕੇ ਆਪਣੀ ਮਜਬੂਰੀ ਜਨਾਈ ਤਦ ਮਹਿਰੇਨੇ ਤੋਂ ਸੱਦ ਕੇ ਸੰਤ ਜੀ ਮਹਾਰਾਜ ਨੇ ਸੰਤ ਭਾਈ ਗੁਲਾਬ ਸਿੰਘ ਨੂੰ ਇਹ ਪਹਿਰਾ ਬਖਸ਼ਿਆ। ਹੁਕਮ ਮੰਨ ਕਿ ਸੰਤਪੁਰੇ ਦਾ ਪ੍ਰਬੰਧ ਆਪਣੇ ਸੇਵਕਾਂ ਦੇ ਸਪੁਰਦ ਕਰਕੇ ਉਹ ਗੁਰੂ ਕਾਸ਼ੀ ਤਲਵੰਡੀ ਸਾਬੋ ਪੁੱਜ ਗਏ। ਉਹਨਾਂ ਦੇ ਨਾਲ ਪੁਰਾਣੇ ਜੰਗੀ ਜਥੇ ਦੇ ਬਿਹੰਗਮ, ਜਿਨ੍ਹਾਂ ਨੇ ਕਿ ਗੁਰੂ ਸਾਗਰ ਸਾਹਿਬ ਮਸਤੂਆਣੇ ਵਿਖੇ ਵੀ ਘਾਲ ਘਾਲੀ ਸੀ, ਚਲੇ ਗਏ ਅਤੇ ਕੋਈ 50-60 ਸਿੰਘਾਂ ਦਾ ਸੇਵਕ ਜਥਾ ਬਣ ਗਿਆ। ਲੱਗੇ ਕਹੀ ਟੋਕਰੀ ਦਾ ਕੰਮ ਚਲਾਉਣ। ਇਸ ਧਰਤੀ ਵਿਖੇ ਕਈ ਥਾਂ ਡੂੰਘੇ ਟੋਏ ਸਨ, ਜਿਨ੍ਹਾਂ ਵਿੱਚ ਹਾਥੀ ਵੀ ਨਜ਼ਰ ਨਾ ਆਵੇ ਤੇ ਕਈ ਉੱਚੇ ਉੱਚੇ ਮਟੀਲ। ਸਾਧ ਸੰਗਤ ਤਨ ਮਨ ਕਰਕੇ ਜੁਟ ਪਈ ਤੇ ਉੱਚ ਨੀਵੀਂ ਥਾਂ ਨੂੰ ਪੱਧਰਾ ਕਰਕੇ ਦੀਵਾਨ ਅਸਥਾਨ ਦੇ ਬੂੰਗਿਆਂ ਲਈ ਤਿਆਰ ਕਰਨਾ ਆਰੰਭ ਕਰ ਦਿੱਤਾ। ਥੋੜ੍ਹੇ ਦਿਨਾਂ ਮਗਰੋਂ ਹੀ ਪਿੰਡਾਂ ਦੀਆਂ ਸੰਗਤਾਂ ਵੀ ਆਉਣ ਲੱਗ ਪਈਆਂ ਤੇ ਗੁਰੂ ਕਾਸ਼ੀ ਦੀ ਕਾਰ ਪੂਰੇ ਪ੍ਰੇਮ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਈ। ਗਰਮੀਆਂ ਦੇ ਖਤਮ ਹੋਣ ਮਗਰੋਂ ਸੰਤ ਜੀ ਮਹਾਰਾਜ ਵੀ ਸਿੱਧੇ ਸ਼ਿਮਲੇ ਤੋਂ ਦਮਦਮੇ ਸਾਹਿਬ ਪੁੱਜ ਗਏ। ਹੁਣ ਤਾਂ ਅਸਚਰਜ ਕੰਮ ਬਣ ਗਿਆ। ਮਹਾਂਪੁਰਖਾਂ ਦੀ ਖਿੱਚ ਤੇ ਸੇਵਾ ਚਾਉ ਕਰਕੇ ਹਜ਼ਾਰਾਂ ਸੰਗਤਾਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਆਉਣ ਲੱਗ ਪਈਆਂ
ਆਸਾ ਦੀ ਵਾਰ ਦੇ ਭੋਗ ਮਗਰੋਂ ਜਲ ਪਾਣੀ ਛਕ ਕੇ ਸਾਰੇ ਬਿਹੰਗਮ ਸੱਜਣ ਅਤੇ ਨਗਰਾਂ ਦੇ ਪ੍ਰੇਮੀ ਸੇਵਾ ਵਿੱਚ ਜੁਟ ਜਾਂਦੇ। ਸੰਤ ਜੀ ਮਹਾਰਾਜ ਮੰਜੀ ਤੇ ਚੌਂਕੜਾ ਸਜਾ ਆਪਣੀ ਕਿਰਪਾ ਦ੍ਰਿਸ਼ਟੀ ਪ੍ਰੇਮ ਅਤੇ ਹੌਸਲੇ ਦੇ ਬਚਨਾਂ ਨਾਲ ਆਪਣੀ ਸੱਤਿਆ ਸਭ ਵਿੱਚ ਵਰਤਾਉਂਦੇ। ਉਤਸ਼ਾਹ ਵਧਾਉਣ ਵਾਸਤੇ ਢੋਲ ਵੀ ਖੂਬ ਇੱਕ ਰਸ ਵੱਜਦਾ ਰਹਿੰਦਾ। ਇਸ ਦੀ ਆਵਾਜ਼ ਵਿੱਚ ਮਸਤ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਅਤੇ ਦੌੜ ਦੌੜ ਕੇ ਪ੍ਰੇਮੀ ਸਰੋਵਰ ਦੀ ਕਾਰ ਦੇ ਟੋਕਰੇ ਬਾਹਰ ਟੋਇਆਂ ਵਿੱਚ ਸੁੱਟਦੇ। ਸੈਂਕੜੇ ਕਹੀਆਂ ਦੀ ਲਿਸ਼ਕਾਰ, ਢੋਲ ਦੀ ਜੋਸ਼ੀਲੀ ਆਵਾਜ਼, ਉਤਸ਼ਾਹ ਭਰੀ ਸੰਗਤਾਂ ਦੀ ਦੌੜ, ਕਲਯੁਗ ਨਾਲ ਸਾਧ ਸੰਗਤ ਦਾ ਇੱਕ ਸੱਚੇ ਧਰਮ ਯੁੱਧ ਦਾ ਦ੍ਰਿਸ਼ ਨਜ਼ਰ ਆਉਂਦਾ। ਨਿੱਤਾ ਪ੍ਰਤ ਇਸ ਪ੍ਰੇਮ, ਸੁਧ, ਜੋਸ਼ ਅਤੇ ਨਿਰਵਾਣ ਸੇਵਾ ਦੀ ਬੇਭਾਰ ਬਿਜਲੀ ਮਹਾਂ ਆਕਾਸ਼ ਵਿੱਚ ਫੈਲ ਕੇ ਸਾਰੀ ਸ੍ਰਿਸ਼ਟੀ ਤੇ ਉੱਚਾ ਕਰਨ ਹਿਤ ਇੱਕ ਨਿਸ਼ਕਾਮ ਸਤਜੁਗੀ ਲਹਿਰ ਚਲਾਉਂਦੀ। ਹੁਣ ਗੁਰਸਾਗਰ ਸਾਹਿਬ ਮਸਤੂਆਣੇ ਦੀ ਮਾਘੀ ਦਾ ਜੋੜ ਮੇਲਾ ਨੇੜੇ ਆ ਗਿਆ ਤੇ ਸੰਤ ਜੀ ਮਹਾਰਾਜ ਜਥੇ ਨੂੰ ਨਾਲ ਲੈ ਕੇ ਲੋਹਟਬੰਦੀ ਦੇ ਰਸਤੇ ਗੁਰੂਸਾਗਰ ਸਾਹਿਬ ਮਸਤੂਆਣਾ ਵੱਲ ਤੁਰ ਪਏ। ਭਾਈ ਸੁੱਚਾ ਸਿੰਘ ਇਸ ਦੌਰੇ ਵਿੱਚ ਸੰਤ ਮਹਾਰਾਜ ਜੀ ਦੇ ਨਾਲ ਸਨ। ਕਈ ਦਿਨ ਲੋਹਟਬੰਦੀ ਸਤਸੰਗ ਹੋਇਆ ਅਤੇ ਬੜੇ ਭਾਰੀ ਦੀਵਾਨ ਸੱਜੇ। ਦੀਵਾਨ ਦੇ ਮਗਰੋਂ ਰਸਤੇ ਵਿੱਚ ਜਾਂ ਡੇਰੇ ਤੇ ਜਿਹੜਾ ਕੋਈ ਪ੍ਰੇਮੀ ਨਮਸਕਾਰ ਕਰਨ ਆਉਂਦਾ, ਸੰਤ ਜੀ ਮਹਾਰਾਜ ਉਸ ਨੂੰ ਹੁਕਮ ਕਰਦੇ, ਭਾਈ ਦਮਦਮੇ ਸਾਹਿਬ ਜਾ ਕੇ ਸਰੋਵਰ ਦੀ ਕਾਰ ਕਰੋ। ਇੱਕ ਦਿਨ ਜਦ ਭਾਈ ਸੁੱਚਾ ਸਿੰਘ ਨੇ ਆਪਣੇ ਨੇਮ ਅਨੁਸਾਰ ਸੰਤ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਤਾਂ ਇਹਨਾਂ ਨੂੰ ਵੀ ਹੁਕਮ ਹੋਇਆ ਕਿ ਭਾਈ ਜਾਓ ਦਮਦਮੇ ਸਾਹਿਬ। ਪਿਛਲੇ ਪਹਿਰ ਦਾ ਵੇਲਾ ਸੀ। ਭਾਈ ਸੁੱਚਾ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣੇ ਹੀ ਚਲਾ ਜਾਵਾਂ? ਤਾਂ ਆਪ ਨੇ ਫਰਮਾਇਆ, ਅੱਛਾ ਸਵੇਰੇ ਆਸਾ ਦੀ ਵਾਰ ਦੇ ਭੋਗ ਮਗਰੋਂ ਜਾਣਾ। ਦੂਜੇ ਦਿਨ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਭਾਈ ਰਤਨ ਸਿੰਘ ਦੇ ਘਰ ਸਾਧ ਸੰਗਤ ਦਾ ਪ੍ਰਸ਼ਾਦ ਸੀ। ਜਦ ਪ੍ਰਸ਼ਾਦ ਛਕ ਕੇ ਸੰਤ ਜੀ ਮਹਾਰਾਜ ਉੱਪਰ ਕੋਠੇ ਤੇ ਆਰਾਮ ਕਰਨ ਲਈ ਚੜ੍ਹਨ ਲੱਗੇ ਤਾਂ ਕਈ ਗੁਰੂ ਦੇ ਸਿੱਖ ਅਜੇ ਪੰਗਤਾਂ ਸਜਾਈ ਪ੍ਰਸ਼ਾਦ ਛਕ ਰਹੇ ਸਨ। ਭਾਈ ਸੁੱਚਾ ਸਿੰਘ ਨੇ ਸਮਾਂ ਦੇਖ ਕੇ ਨਮਸਕਾਰ ਕੀਤੀ। ਸੰਤ ਜੀ ਮਹਾਰਾਜ ਨੇ ਪੁੱਛਿਆ, ਭਾਈ ਹੁਣ ਜਾ ਰਹੇ ਹੋ? ਫਿਰ ਆਪ ਨੇ ਫਰਮਾਇਆ, ਭਾਈ ਕਰਤਾਰ ਸਿੰਘ ਤੇ ਲਾਭ ਸਿੰਘ ਨੂੰ ਵੀ ਨਾਲ ਲੈ ਕੇ ਜਾਓ। ਇਹ ਚਾਰੇ ਇੱਕੋ ਪਿੰਡ ਤੇ ਇੱਕੋ ਅਵਸਥਾ ਦੇ ਸੀ। ਭਾਈ ਸੁੱਚਾ ਸਿੰਘ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਇਹਨਾਂ ਦੇ ਮਾਪੇ ਮੇਰੇ ਨਾਲ ਲੜਨਗੇ ਅਤੇ ਕਹਿਣਗੇ ਕਿ ਸਾਡੇ ਮੁੰਡੇ ਵੀ ਵਿਗਾੜ ਕੇ ਲੈ ਗਿਆ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਅਸੀਂ ਇੱਥੇ ਹੀ ਹਾਂ, ਉਹਨਾਂ ਦੇ ਮਾਪਿਆਂ ਨੂੰ ਸਾਂਭ ਲਵਾਂਗੇ। ਇਹ ਬਚਨ ਆਖਦੇ ਹੀ ਭਾਈ ਸੁੱਚਾ ਸਿੰਘ ਦੇ ਖੱਬੇ ਮੋਢੇ ਤੇ ਸੰਤ ਜੀ ਮਹਾਰਾਜ ਨੇ ਹੱਥ ਰੱਖ ਕੇ ਖਾਸ ਜਲਾਲ ਵਿੱਚ ਆ ਕੇ ਕਿਹਾ, ਭਾਈ ਦਮਦਮੇ ਸਾਹਿਬ ਦੀ ਸੇਵਾ ਇਹਨਾਂ ਸਰੀਰਾਂ ਦੇ ਭਲੇ ਵਾਸਤੇ ਕਲਗੀਧਰ ਪਿਤਾ ਜੀ ਨੇ ਆਪਣੇ ਸਰੀਰ ਹੁੰਦਿਆਂ ਹੀ ਰੱਖੀ ਸੀ। ਉਸ ਸਮੇਂ ਇਹ ਹਾਜ਼ਰ ਨਹੀਂ ਹੋਏ, ਨਹੀਂ ਤਾਂ ਉਦੋਂ ਹੀ ਇਹਨਾਂ ਦੀ ਘਾਲ ਥਾਂ ਪੈ ਜਾਂਦੀ। ਇਹ ਹੁਕਮ ਹੁਣ ਸਾਰੇ ਦੇ ਸਾਰੇ ਦਮਦਮੇ ਸਾਹਿਬ ਵੱਲ ਟੁਰ ਪਏ ਅਤੇ ਦੋ ਹੋਰ ਪ੍ਰੇਮੀ ਭਾਈ ਦਲੀਪ ਸਿੰਘ, ਗੱਜਣ ਸਿੰਘ ਵੀ ਇਹਨਾਂ ਨਾਲ ਟੁਰ ਪਏ। ਕਿਸੇ ਤਰ੍ਹਾਂ ਹੋਰ ਪਿੰਡਾਂ ਵਿੱਚ ਦੀਵਾਨ ਲਾਉਂਦੇ ਅਤੇ ਗੁਰੂ ਘਰ ਦੀਆਂ ਪ੍ਰੇਮੀਆਂ ਨੂੰ ਦਮਦਮੇ ਸਾਹਿਬ ਦੀ ਕਾਰ ਵਿੱਚ ਭੇਜਦੇ। ਸੰਤ ਜੀ ਮਹਾਰਾਜ ਗੁਰਦੁਆਰਾ ਸੰਤਪੁਰੇ ਵਿਖੇ ਪੁੱਜੇ। ਨਗਰ ਮਹਿਰੇਨੇ ਵਿੱਚ ਬਹੁਤ ਸਾਰੇ ਦੀਵਾਨ ਲਾਏ ਅਤੇ ਕਈ ਪ੍ਰੇਮੀਆਂ ਨੂੰ ਗੁਰੂ ਦਸ਼ਮੇਸ਼ ਪਿਤਾ ਦੀ ਸੇਵਾ ਵਿੱਚ ਦਮਦਮੇ ਸਾਹਿਬ ਪੇਸ਼ ਕੀਤਾ। ਇੱਥੇ ਗੁਰਸਾਗਰ ਸਾਹਿਬ ਤੋਂ ਖਬਰ ਪੁੱਜੀ ਕਿ ਗੁਰੂ ਦੇ ਲੰਗਰ ਦੀ ਇਮਾਰਤ, ਜਿਸ ਦਾ ਸਾਰਾ ਖਰਚ ਮਹਾਰਾਜਾ ਰਿਪੂ ਦਮਨ ਸਿੰਘ ਐਸਟੀਮੇਟ ਅਨੁਸਾਰ ਗੁਰਸਾਗਰ ਸਾਹਿਬ ਦੇ ਖਜ਼ਾਨੇ ਵਿੱਚ ਸੰਨ 1923 ਈਸਵੀ ਵਿੱਚ ਭੇਜ ਚੁੱਕੇ ਸਨ, ਮੁਕੰਮਲ ਨਹੀਂ ਹੋਈ ਅਤੇ ਨਾਭੇ ਦੀ ਕੌਂਸਲ ਚਾਹੁੰਦੀ ਹੈ ਕਿ ਇਹ ਸੇਵਾ ਛੇਤੀ ਹੀ ਸੰਪੂਰਨ ਹੋ ਜਾਵੇ। ਮਹਾਰਾਜਾ ਸਾਹਿਬ ਦੀ ਭੇਜੀ ਹੋਈ ਮਾਇਆ ਨਾਲ ਲੰਗਰ ਦੇ ਸਾਰੇ ਗਾਰਡਰ, ਚੁਗਾਠਾਂ, ਦਰਵਾਜ਼ੇ, ਕਲੀ ਇੱਟ ਤੇ ਹੋਰ ਮਸਾਲਾ ਦਾਸ ਦੇ ਪਹਿਰੇ ਵਿੱਚ ਤਿਆਰ ਕੀਤਾ ਗਿਆ, ਪਰ ਅਚਨਚੇਤ ਭਾਣਾ ਵਰਤਣ ਕਰਕੇ ਇਮਾਰਤ ਦੀ ਕਾਰ ਅਟਕ ਗਈ ਸੀ। ਖਬਰ ਆਉਣ ਤੇ ਸੰਤ ਜੀ ਮਹਾਰਾਜ ਗੁਰੂਸਾਗਰ ਸਾਹਿਬ ਪੁੱਜ ਗਏ ਅਤੇ ਆਪ ਆਸਣ ਜਮਾ ਇਸ ਸੇਵਾ ਦੇ ਵਿੱਚ ਡਟ ਗਏ। ਥੋੜੇ ਦਿਨਾਂ ਵਿੱਚ ਹੀ ਲੰਗਰ ਦੀ ਇਮਾਰਤ ਤਿਆਰ ਹੋ ਗਈ। ਸੰਨ 1913 ਈਸਵੀ ਦੇ ਆਰੰਭ ਹੁੰਦਿਆਂ ਹੀ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਵਿਚਾਰ ਕੀਤੀ ਕਿ ਇਸ ਸਾਲ ਮਾਘ ਦੇ ਮਹੀਨੇ ਵਿੱਚ ਆਪਣੇ ਪਰਮ ਧਾਮ ਨੂੰ ਚਲੇ ਜਾਣਾ ਹੈ, ਜਿਸ ਕਰਕੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਅਤੇ ਹਜੂਰ ਦੇ ਪੰਜਵੇਂ ਤਖਤ ਦਮਦਮਾ ਸਾਹਿਬ ਦੇ ਦਰਸ਼ਨ ਕਰ ਆਈਏ। ਇਉਂ ਵਿਸਾਖੀ ਤੋਂ 8 ਦਿਨ ਪਹਿਲਾਂ ਦਮਦਮੇ ਸਾਹਿਬ ਜਾਣ ਲਈ ਤਿਆਰੀ ਕੀਤੀ। ਆਪ ਜੀ ਦੇ ਨਾਲ ਰਾਮਪੁਰ ਨਗਰ ਦੇ ਡੇਰੇ ਦੇ ਕਈ ਅਨਿੰਨ ਸੇਵਕਾਂ ਤੋਂ ਇਲਾਵਾ ਆਪ ਜੀ ਦੇ ਗੜਵਈ ਸੰਤ ਈਸ਼ਰ ਸਿੰਘ ਜੀ ਅਤੇ ਸੰਤ ਭਗਵਾਨ ਸਿੰਘ ਜੀ ਵੀ ਸਨ।
ਰਸਤੇ ਵਿੱਚ ਗੁਰੂ ਸਾਗਰ ਸਾਹਿਬ ਮਸਤੂਆਣੇ ਦੇ ਦਰਸ਼ਨ ਕਰਦੇ ਹੋਏ ਤੀਸਰੇ ਦਿਨ ਦਮਦਮੇ ਸਾਹਿਬ ਪਹੁੰਚੇ। ਉਸ ਸਮੇਂ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਮਹਾਂਪੁਰਸ਼ ਸੰਗਤਾਂ ਪਾਸੋਂ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਇਹਨਾਂ ਨੂੰ ਆਉਂਦਿਆਂ ਵੇਖ ਕੇ ਬੜੇ ਪਿਆਰ ਨਾਲ ਉੱਠ ਕੇ ਖੜੇ ਹੋ ਗਏ। ਆਪ ਜੀ ਨੇ ਅੱਗੇ ਵੱਧ ਕੇ ਨਮਸਕਾਰ ਕਰਨੀ ਚਾਹੀ, ਪਰ ਆਪਣਾ ਰੂਪ ਜਾਣ ਕੇ ਦੋਵੇਂ ਹੱਥ ਅੱਗੇ ਵਧਾਏ ਅਤੇ ਇਹਨਾਂ ਸੰਤ ਰੇਰੂ ਸਾਹਿਬ ਵਾਲਿਆਂ ਨੂੰ ਖਿੱਚ ਕੇ ਛਾਤੀ ਨਾਲ ਲਾ ਲਿਆ ਅਤੇ ਬੜੇ ਪਿਆਰ ਵਿੱਚ ਆ ਕੇ ਆਖਿਆ, ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆ। ਫਿਰ ਮਸਤੂਆਣੇ ਵਾਲੇ ਸੰਤਾਂ ਨੇ ਆਖਿਆ, ਆਪ ਸਾਡੇ ਨਾਲ ਹੀ ਪਲੰਗ 'ਤੇ ਬੈਠ ਜਾਓ। ਆਪ ਜੀ ਨੇ ਉੱਤਰ ਦਿੱਤਾ, ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ। ਮਹਾਰਾਜ ਆਪ ਜੀ ਹੀ ਪਲੰਗੇ 'ਤੇ ਸ਼ੋਭਦੇ ਹੋ। ਮਹਾਂਪੁਰਸ਼ਾਂ ਮਸਤੂਆਣੇ ਵਾਲਿਆਂ ਨੇ ਫਿਰ ਬਚਨ ਕੀਤਾ, ਤੁਸੀਂ ਜੋ ਕੁਝ ਕਰਨਾ ਸੀ ਕਰ ਚੁੱਕੇ ਹੋ। ਇੰਨੀ ਕਠਨ ਤਪੱਸਿਆ ਅਤੇ ਸਖਤ ਮਿਹਨਤ ਨਾ ਕਰਿਆ ਕਰੋ, ਸਹਿਜ ਅਵਸਥਾ ਵਿੱਚ ਹੀ ਰਹੋ। ਤਾਂ ਆਪ ਜੀ ਰੇਰੂ ਸਾਹਿਬ ਵਾਲੇ ਸੰਤਾਂ ਨੇ ਉੱਤਰ ਦਿੱਤਾ, ਗੁਰੂ ਤੋਂ ਇਹ ਸੇਵਾ ਹੀ ਮਿਲੀ ਹੈ। ਆਪ ਜੈਸੇ ਮਹਾਂਪੁਰਸ਼ਾਂ ਦੀ ਅਸੀਸ ਨਾਲ ਇਹ ਸੇਵਾ ਨਿਭ ਜਾਵੇ। ਇਸ ਉਪਰੰਤ ਆਪ ਜੀ ਨੇ ਸੰਗੀ ਸਾਥੀਆਂ ਸਮੇਤ ਸਰੋਵਰ ਦੀ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਇਆ। ਇਉਂ ਤਖਤ ਸਾਹਿਬ ਦੀ ਯਾਤਰਾ ਕਰਕੇ ਫਿਰ ਵਿਸਾਖੀ ਤੋਂ 2 ਦਿਨ ਬਾਅਦ ਵਾਪਸ ਆਉਣ ਲਈ ਤਿਆਰੀ ਕੀਤੀ। ਉਸ ਸਮੇਂ ਸੰਤ ਮਹਾਰਾਜ ਮਸਤੂਆਣੇ ਵਾਲੇ ਬੜੇ ਪਿਆਰ ਨਾਲ ਮਿਲੇ ਤਾਂ ਬਾਬਾ ਜੀ ਸੰਤ ਰੇਰੂ ਸਾਹਿਬ ਵਾਲਿਆਂ ਨੇ ਨਿਮਰਤਾ ਨਾਲ ਅਰਜ਼ ਕੀਤੀ, ਮਹਾਰਾਜ ਹੁਣ ਆਗਿਆ ਬਖਸ਼ੋ ਤਾਂ ਕਿ ਵਾਪਸ ਚੱਲੀਏ। ਮਸਤੂਆਣੇ ਵਾਲੇ ਸੰਤਾਂ ਨੇ ਉੱਤਰ ਦਿੱਤਾ, ਚੰਗਾ ਗੁਰੂ ਪਿਆਰਿਓ ਚੱਲੋ, ਮਾਣੋ ਗੁਰੂ ਨਾਨਕ ਦੀ ਗੋਦ ਦਾ ਆਨੰਦ। ਅਸੀਂ ਵੀ ਤੁਹਾਡੇ ਮਗਰ ਹੀ ਆ ਰਹੇ ਹਾਂ। ਇਸ ਅਗੰਮੀ ਰਮਜ ਤੇ ਭਵਿੱਖਤ ਵਾਕ ਨੂੰ ਦੋਨਾਂ ਵਿਅਕਤੀਆਂ ਤੋਂ ਬਗੈਰ ਕੌਣ ਸਮਝ ਸਕਦਾ ਸੀ ਕਿ ਇਹਨਾਂ ਇਕੱਠਿਆਂ ਨੇ ਸੱਚਖੰਡ ਜਾਣ ਦਾ ਸਮਾਂ ਨਿਯਤ ਕੀਤਾ ਹੈ। ਰੇਰੂ ਸਾਹਿਬ ਵਾਲੇ ਸੰਤਾਂ ਦੇ ਪਰਮ ਧਾਮ ਨੂੰ ਚਲਾਣੇ ਕਰਨ ਦੇ 9 ਦਿਨ ਪਿੱਛੋਂ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਜੋਤੀ ਜੋਤ ਸਮਾ ਗਏ। ਇਸ ਯਾਤਰਾ ਦੌਰਾਨ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨਾਲ ਉਹਨਾਂ ਦੇ ਗੜਵਈ ਭਾਈ ਈਸ਼ਰ ਸਿੰਘ ਜੀ ਸਨ। ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਨਜ਼ਰ ਗੜਵਈ ਈਸ਼ਰ ਸਿੰਘ 'ਤੇ ਪਈ ਤਾਂ ਇਹਨਾਂ ਦੇ ਮਸਤਕ ਦੀ ਰੇਖਾ ਪੜ੍ਹ ਕੇ ਬਚਨ ਕੀਤਾ ਕਿ ਇਹ ਪ੍ਰੇਮੀ ਕੀਰਤਨ ਦੁਆਰਾ ਦੇਸ਼ ਪ੍ਰਦੇਸ਼ ਵਿੱਚ ਰੌਣਕਾਂ ਲਾਊ ਅਤੇ ਖੂਬ ਲੰਗਰ ਚਲਾਊ। ਇਹ ਬਚਨ ਕਰਕੇ ਸੰਤ ਜੀ ਨੇ ਈਸ਼ਰ ਸਿੰਘ ਹੋਰਾਂ ਨੂੰ ਬੁੱਕਲ ਵਿੱਚ ਲਿਆ ਤੇ ਥਾਪੜਾ ਦਿੱਤਾ। ਪਿੱਛੋਂ ਸੰਤ ਜੀ ਦਾ ਇਹ ਬਚਨ ਸੱਚ ਹੋਇਆ। ਇਹ ਪ੍ਰੇਮੀ ਪਿੱਛੋਂ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਏ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਇਸ ਤੋਂ ਅਗਲੇ ਭਾਗ ਦੇ ਵਿੱਚ ਆਪਾਂ ਗੁਰੂ ਕਾਸ਼ੀ ਦਮਦਮਾ ਸਾਹਿਬ ਦੀ ਸੇਵਾ ਦੇ ਅਗਲੇ ਹਿੱਸੇ ਨੂੰ ਪੜ੍ਹਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ।